ਕੁਆਲਿਟੀ ਐਸ਼ੋਰੈਂਸ। ਤਾਂ ਬੱਚੇ ਕੁਆਲਿਟੀ ਐਸ਼ੋਰੈਂਸ ਦੇ ਵਿੱਚ ਜਿਹੜਾ ਫਾਈਨਲ ਰਿਜ਼ਲਟ ਲੈਬੋਰਟਰੀ ਦੇ ਵਿੱਚ ਤੁਸੀਂ ਤਿਆਰ ਕਰਨਾ ਹੁੰਦਾ ਹੈਗਾ ਉਹ ਬਿਲਕੁਲ ਸਹੀ ਹੋਏ ਤਾਂ ਉਸ ਨੂੰ ਅਸੀਂ ਕਹਿ ਦਿੰਦੇ ਹਾਂ ਕੁਆਲਿਟੀ ਐਸ਼ੋਰੈਂਸ। ਤਾਂ ਪਰਪਸ ਆਫ ਕੁਆਲਿਟੀ ਐਸ਼ੋਰੈਂਸ ਕੀ ਹੈ ਕਿ ਮੇਨਟੇਨ ਕਰਨਾ ਓਵਰਆਲ ਕੁਆਲਿਟੀ ਆਫ ਦਾ ਰਿਜ਼ਲਟ ਆਫ ਦਾ ਪੇਸ਼ੈਂਟ। ਏਮ ਹੈਗੀ ਹੈ ਕਿ ਉਹਦੇ 'ਚ ਗਲਤੀ ਘੱਟ ਤੋਂ ਘੱਟ ਹੋਵੇ, ਐਰਰਸ ਜਿਹੜੀਆਂ ਨੇ, ਐਂਡ ਤੁਸੀਂ ਐਕੂਰੇਟ ਰਿਜ਼ਲਟ ਟੂ ਦਾ ਪੇਸ਼ੈਂਟ ਪ੍ਰੋਵਾਈਡ ਕਰਨਾ ਹੈਗਾ ਐਂਡ ਰਿਲਾਇਬਲ ਰਿਜ਼ਲਟ ਇਨ ਦਾ ਮਿਨੀਮਮ ਪੋਸੀਬਲ ਟਾਈਮ, ਜਿਸ ਨੂੰ TAT ਕਹਿੰਦੇ ਆ, ਯਾਨੀ ਕਿ ਟਰਨ ਅਰਾਊਂਡ ਟਾਈਮ। ਸੋ ਦ ਕਲੀਨਿਸ਼ੀਅਨ can make necessary changes in the treatment measures। Ensure ਕਰਨੇਗਾ ਕਿ lab operations ਜਿਹੜੇ ਨੇ ਉਹ properly coordinated ਹੋਣ, ਅੱਛੀ ਤਰ੍ਹਾਂ organized ਹੋਣ and standardized। ਅਕਸਰ ਜਿਹੜੇ ਲੈਬੋਰਟਰੀ ਦੇ ਵਿੱਚ ਕੁਛ ਨਾ ਕੁਛ ਗਲਤੀਆਂ ਜਿਹੜੀਆਂ ਹੈ ਐਰਰਸ ਉਹ ਕ੍ਰੀਪ ਇਨ ਹੋ ਜਾਂਦੀਆਂ ਨੇ, ਤਾਂ ਉਹ ਕਿਹੜੇ ਤਰ੍ਹਾਂ ਦੀਆਂ ਹੁੰਦੀਆਂ ਨੇ? ਦੇ ਕੈਨ ਬੀ ਆਫ 3 ਟਾਈਪਸ। ਯਾਨੀ ਕਿ ਜਿਹੜਾ ਤੁਸੀਂ ਐਨਾਲਿਸਿਸ ਕਰਦੇ ਹੋ ਉਸ ਤੋਂ ਪ੍ਰੀਵੀਅਸ, ਉਸ ਤੋਂ ਪਹਿਲਾਂ ਜਿਹੜੇ ਐਨਾਲਿਟੀਕਲ ਜੋ ਵੀ ਐਰਰਸ ਹੋ ਸਕਦੀਆਂ, ਜਾਂ ਐਨਾਲਿਸਿਸ ਵਾਲੇ ਪ੍ਰੋਸੈਸ ਤੋਂ ਬਾਅਦ ਯਾਨੀ ਕਿ ਪੋਸਟ ਐਨਾਲਿਟੀਕਲ, ਇਹ 3 ਟਾਈਪ ਦੇ ਜਿਹੜੇ ਹੋ ਗਏ। ਸੋ ਪ੍ਰੀ ਐਨਾਲਿਟੀਕਲ, ਐਨਾਲਿਟੀਕਲ ਐਂਡ ਪੋਸਟ ਐਨਾਲਿਟੀਕਲ। ਇਨ ਕੇਸ ਆਫ ਪ੍ਰੀ ਐਨਾਲਿਟਿਕ ਸਪੈਸੀਮਨ ਕਲੈਕਸ਼ਨ ਦੇ ਦੌਰਾਨ ਕੋਈ ਐਰਰ ਨਹੀਂ ਹੋਵੇ, ਦੈਨ ਟਰਾਂਸਪੋਰਟ ਸਪੈਸੀਮਨ ਦੀ ਜਦੋਂ ਕਰਦੇ ਹੋ ਐਂਡ ਸਪੈਸੀਮਨ ਕੁਆਲਿਟੀ। ਇਨ ਕੇਸ ਆਫ ਐਨਾਲਿਟਿਕ ਰਿਜ਼ਲਟ ਐਕੂਰੇਸੀ ਜਿਹੜੀ ਹੈ, ਜਾਂ ਕਲੀਨਿਕਲ ਐਰਰਸ, ਐਨਾਲਿਟੀਕਲ ਐਰਰਸ ਐਂਡ ਕੁਆਲਿਟੀ ਕੰਟਰੋਲ। ਪੋਸਟ ਐਨਾਲਿਟਿਕ ਦੇ ਦੌਰਾਨ ਆ ਜਾਂਦੇ ਹੈਗੇ ਰਿਜ਼ਲਟ ਰਿਪੋਰਟਿੰਗ ਐਂਡ ਰਿਕਾਰਡ ਕੀਪਿੰਗ ਫॉर द ਪੇਸ਼ੈਂਟ। ਇਨ ਪ੍ਰੀ ਐਨਾਲਿਟੀਕਲ ਵੇਰੀਏਬਲ, ਇਹਦੇ 'ਚ ਕੀ ਹੈ, ਵੇਰੀਏਬਿਲਿਟੀ ਕਿੱਥੇ ਆ ਜਾਂਦੀ ਹੈ, ਐਰਰਸ ਕਦੋਂ ਹੁੰਦੀਆਂ? when non-analytical factors change the concentrations of the analytes। ਸੋ ਰਿਜ਼ਲਟ ਜਿਹੜਾ ਹੈ ਉਹ ਕਰੈਕਟਲੀ ਰਿਫਲੈਕਟ ਨਹੀਂ ਹੋ ਪਾਉਂਦਾ ਤੇ ਪੇਸ਼ੈਂਟ ਦੀ ਰਿਪੋਰਟ ਸਹੀ ਨਹੀਂ ਬਣ ਪਾਉਂਦੀ। ਪ੍ਰੀ ਐਨਾਲਿਟੀਕਲ ਵੇਰੀਏਬਿਲਿਟੀ ਦੇ ਕਾਰਨ 2 ਜਿਹੜੇ ਮੇਨ ਹੁੰਦੇ ਆ, ਇੱਕ ਹੈ ਪ੍ਰੀ ਕਲੈਕਸ਼ਨ ਕਾਜ਼ਸ ਔਰ ਦੂਸਰਾ ਬਲੱਡ ਕਲੈਕਸ਼ਨ ਕਾਜ਼ਸ। ਪ੍ਰੀ ਐਨਾਲਿਟੀਕਲ ਵੇਰੀਏਬਿਲਿਟੀ ਦੇ ਵਿੱਚ ਜਿਹੜਾ ਪ੍ਰੀ ਕਲੈਕਸ਼ਨ ਵੇਰੀਏਬਲ ਹੈ, ਇਸ ਦੇ ਵਿੱਚ ਸਭ ਤੋਂ ਪਹਿਲਾਂ ਤੁਸੀਂ ਜਿਹੜੀ ਹੈ ਪੇਸ਼ੈਂਟ ਦੀ ਆਈਡੈਂਟੀਫਿਕੇਸ਼ਨ ਲਿਖਦੇ ਹੋ, ਯਾਨੀ ਕਿ ਉਸ ਦਾ ਸਭ ਤੋਂ ਪਹਿਲਾਂ ਤਾਂ ਕੀ ਹੋਏਗਾ, ਪੇਸ਼ੈਂਟ ਦਾ ਤੁਸੀਂ ਨੇਮ ਜਿਹੜਾ ਹੈ ਉਹ ਨੋਟ ਕਰਨਾ ਹੈ। ਦੈਨ ਨੇਮ ਤੋਂ ਬਾਅਦ ਫਾਦਰਸ ਨੇਮ ਜਿਹੜਾ ਹੈ ਉਹ ਤੁਸੀਂ ਨੋਟ ਕਰਦੇ ਹੋ। ਫਾਦਰਸ ਨੇਮ ਦੀ ਕਿਉਂ ਜ਼ਰੂਰਤ ਪੈ ਗਈ? ਕਿਉਂਕਿ ਪੇਸ਼ੈਂਟ 2 ਵੀ ਸੇਮ ਨੇਮ ਦੇ ਹੋ ਸਕਦੇ ਹੈਗੇ, ਤਾਂ ਉਹਨਾਂ ਦੇ ਫਾਦਰਸ ਨੇਮ ਤੋਂ ਫਿਰ ਕਲੀਅਰ ਹੋ ਜਾਏਗਾ ਕਿ ਕਿਹੜੇ ਪੇਸ਼ੈਂਟ ਦਾ ਇਹ ਸੈਂਪਲ ਹੈ। ਸੋ ਫਿਰ ਪੇਸ਼ੈਂਟ ਦਾ ਨੇਮ, ਫਾਦਰਸ ਨੇਮ, ਏਜ, ਜੈਂਡਰ, ਹੀ ਔਰ ਸ਼ੀ ਮੇਲ ਹੈ, ਫੀਮੇਲ ਹੈ, ਰੇਜ਼ ਐਂਡ ਪ੍ਰੈਗਨੈਂਸੀ ਹੈ ਉਸ ਕੇਸ ਦੇ ਵਿੱਚ, ਕਿਉਂਕਿ ਉਹ ਵੇਰੀਏਬਲ ਵੀ ਰਿਜ਼ਲਟ 'ਤੇ ਅਸਰ ਪਾਏਗਾ। ਤਾਂ ਲੇਬਲਿੰਗ ਆਫ ਸਪੈਸੀਮਨ ਮੇ ਬੀ ਇਮਪ੍ਰੋਪਰ, ਦਿਸ ਮੇ ਬੀ ਆਲਸੋ ਦ ਰੀਜ਼ਨ। ਤਾਂ ਉਹ ਉਸ ਅਗਰ ਇਮਪ੍ਰੋਪਰ ਹੈ ਤਾਂ ਉਸ ਨੂੰ ਬਾਰ ਕੋਡਿੰਗ ਦੀ ਹੈਲਪ ਦੇ ਨਾਲ ਕਰੈਕਟ ਕਰ ਲੈਣਾ ਚਾਹੀਦਾ ਹੈ। ਦੈਨ ਜਦੋਂ ਸੈਂਪਲ ਕਲੈਕਟ ਕੀਤਾ ਹੈ ਤਾਂ ਸਟੇਟ ਕੀ ਹੈ, ਪੇਸ਼ੈਂਟ ਦ ਫਾਸਟਿੰਗ 'ਤੇ ਹੈ ਜਾਂ ਡਾਈਟ, ਜਾਂ ਫਿਰ ਕੈਫੀਨ, ਤੰਬਾਕੂ, ਐਲਕੋਹਲ ਜਾਂ ਕਿਸੇ ਡਰੱਗ ਦਾ ਸੇਵਨ ਕੀਤਾ ਹੋਇਆ ਹੈ, ਤਾਂ ਉਹ ਵੀ ਰਿਜ਼ਲਟਸ 'ਤੇ ਅਫੈਕਟ ਹੋਏਗਾ। ਦੂਸਰਾ ਸੀ ਬਲੱਡ ਕਲੈਕਸ਼ਨ ਵੇਰੀਏਬਲਸ। ਇਸ 'ਤੇ ਕੀ ਤੁਸੀਂ ਜਦੋਂ ਟੋਰਨੀਕੇਟ ਟਾਈ ਕਰਦੇ ਹੋਗੇ, ਕਿੰਨਾ ਟਾਈਮ ਡਿਊਰੇਸ਼ਨ ਆਫ ਦ ਐਪਲੀਕੇਸ਼ਨ ਆਫ ਟੋਰਨੀਕੇਟ, ਐਂਡ ਦੈਨ ਸਪੈਸੀਮਨ ਕਲੈਕਸ਼ਨ, ਕਿਹੜੀ ਸਾਈਟ ਤੋਂ ਤੁਸੀਂ ਕਲੈਕਟ ਕੀਤਾ ਸੈਂਪਲ, ਐਂਡ ਵੈਕਿਊਟੀਨਰ ਯਾਨੀ ਉਹ ਵਾਈਲਡ ਜਿਹੜਾ ਯੂਜ਼ ਹੈ ਉਹਦੇ 'ਚ ਐਂਟੀਕੋਐਗੂਲੈਂਟ ਹੈ ਜਾਂ ਵਿਦਾਊਟ ਐਂਟੀਕੋਐਗੂਲੈਂਟ ਹੈਗਾ। ਟਰਾਂਸਪੋਰਟੇਸ਼ਨ ਆਫ ਸੈਂਪਲਸ ਵੀ ਤੁਸੀਂ ਦੇਖਦੇ ਹੋ ਕਿਸ ਤਰ੍ਹਾਂ ਬਾਕਸਿਸ ਲੈ ਕੇ ਜਾਂਦੇ ਹੈ, ਤਾਂ ਉਹ ਵੀ ਮੈਟਰ ਕਰੇਗਾ ਰਿਜ਼ਲਟ 'ਚ। ਸਟੋਰੇਜ, ਪ੍ਰੋਸੈਸਿੰਗ ਐਂਡ ਸੈਂਟਰੀਫਿਊਗੇਸ਼ਨ। ਦੈਨ ਲੈਬੋਰਟਰੀ ਲੌਗਸ, ਰਜਿਸਟਰ ਹੁੰਦੇ ਆ ਲੈਬ ਦੇ ਵਿੱਚ, ਜਿਸ ਦੇ ਵਿੱਚ ਤੁਸੀਂ ਐਂਟਰੀ ਕਰਦੇ ਹੋ ਆਫ ਟੈਸਟ ਡਿਟੇਲਸ, ਜਿਹੜੇ ਲੈਬ ਦੇ ਵਿੱਚ ਤੁਸੀਂ ਟੈਸਟ ਕੀਤੇ। ਨੈਕਸਟ ਇਜ਼ HIL, HIL, H is hemolysis, then ecteric and lipemia, or next comes TAT, that is turn around
टाइम, यानी कि कितना टाइम रिक्वायर्ड है फॉर स्पैसीमन उत्थे रीच करदा हैगा लैब दे विच, ते अल्टीमेटली तुसी जिहड़ा रिजल्ट है ਉਹ देता उसका, ਤਾਂ ਉਹ ਮਿਨੀਮਮ ਟਾਈਮ ਦੇ ਵਿੱਚ ਇਹ ਸਾਰਾ ਪ੍ਰੋਸੈਸ ਹੋਣਾ ਚਾਹੀਦਾ ਹੈਗਾ। ਇਸ ਤੋਂ ਇਲਾਵਾ ਕੈਫੀਨ ਅਗਰ ਲਈ ਹੋਈ ਹੈ ਪੇਸ਼ੈਂਟ ਨੇ, ਤਾਂ ਤੁਸੀਂ ਦੇਖੋਗੇ ਕੈਫੀਨ ਵਾਲੇ ਜਿਹੜੇ ਸੈਂਪਲ ਹੈ ਉਹਨਾਂ 'ਚ ਜਿਹੜਾ ਹੈਗਾ ਫੈਟੀ ਐਸਿਡਸ, ਯਾਨੀ ਕਿ ਫ੍ਰੀ ਫੈਟੀ ਐਸਿਡਸ ਇਹ ਇਨਕਰੀਜ਼ ਹੋਏ, ਟੋਟਲ ਲਿਪਿਡਸ ਇਹਨਾਂ ਦੀ ਵੀ ਇਨਕਰੀਜ਼ ਵੈਲਿਊਜ਼ ਆਉਣਗੀਆਂ, ਤੇ ਗਲੂਕੋਜ਼ ਦੀਆਂ ਵੀ, ਯਾਨੀ ਕਿ ਅਗਰ ਇਹ ਤਿੰਨੋਂ ਵੈਲਿਊਜ਼ ਇਨਕਰੀਜ਼ਡ ਨੇ, ਜ਼ਿਆਦਾ ਆ ਰਹੀਆਂ, ਤਾਂ ਇਟ ਇਜ਼ ਕਨਫਰਮਡ ਕਿ ਪੇਸ਼ੈਂਟ ਨੇ ਕੈਫੀਨ ਲਿਆ ਹੈਗਾ। ਸਮੋਕਿੰਗ ਵਾਲੇ ਜਿਹੜੇ ਪੇਸ਼ੈਂਟਸ ਨੇ ਇਹਨਾਂ ਦੇ ਟ੍ਰਾਈਗਲਿਸਰਾਈਡਸ ਦੇ ਜਿਹੜਾ ਰਿਜ਼ਲਟ ਆਏਗਾ ਉਹਦੇ ਵਿੱਚ 20% ਇਨਕਰੀਜ਼ ਦੇਖੀ ਗਈ। then this growth hormone 50% and so on with cortisol, glucose, urea, cholesterol ਇਹਨਾਂ ਦੇ ਵਿੱਚ ਜਿਹੜੀ ਹੈ ਇਨਕਰੀਜ਼ ਆਉਂਦੀ ਹੈ ਉਹਨਾਂ ਦੇ ਰਿਜ਼ਲਟਸ। ਨੈਕਸਟ ਇਜ਼ ਹੀਮੋਲਿਸਿਸ। ਹੁਣ ਜਦੋਂ ਤੁਸੀਂ ਸਰਿੰਜ ਦੇ ਨਾਲ ਜਿਹੜਾ ਹੈ ਬਲੱਡ ਲੈ ਰਹੇ ਹੋ ਜਾਂ ਸੈਂਪਲ ਲੈ ਰਹੇ ਹੋ, ਤਾਂ ਸਕਸ਼ਨ ਜਿਹੜੀ ਹੈ ਵਿਗਰਸ ਸਕਸ਼ਨ ਹੋਈ ਹੈ ਸਰਿੰਜ ਦੀ, ਜਾਂ ਜਦੋਂ ਤੁਸੀਂ ਸਰਿੰਜ ਦੇ ਨਾਲ ਵਾਇਲ ਦੇ ਵਿੱਚ ਉਹਨੂੰ ਟ੍ਰਾਂਸਫਰ ਕਰ ਰਹੇ ਹੋ ਤਾਂ ਫੋਰਸਫੁਲੀ ਇੱਕਦਮ ਹੀ ਉਹਨੂੰ ਤੁਸੀਂ ਟ੍ਰਾਂਸਫਰ ਕੀਤਾ ਟੈਸਟ ਟਿਊਬ ਦੇ ਵਿੱਚ, ਤਾਂ ਇਹ ਚੀਜ਼ਾਂ ਹੀਮੋਲਾਈਸਿਸ ਕਰ ਸਕਦੀਆਂ। ਐਂਡ ਦੈਨ ਆਫਟਰ ਟੇਕਿੰਗ ਇਨ ਦਾ ਵਾਇਲ ਅਗਰ ਉਹਨੂੰ ਵਿਗਰਸਲੀ ਸ਼ੇਕ ਕਰਤਾ ਹੈ, ਉਸ ਦੇ ਨਾਲ ਵੀ ਰਿਜ਼ਲਟ 'ਤੇ ਅਸਰ ਪਏਗਾ, ਬਿਕੋਜ਼ ਇਟ ਲੀਡਸ ਟੂ ਹੀਮੋਲਾਈਸਿਸ। ਇਹਦੇ ਨਾਲ ਕੀ ਹੋਏਗਾ, ਹੀਮੋਲਾਈਸਿਸ ਹੋ ਗਿਆ ਤਾਂ ਵੈਲਿਊਜ਼ ਇਨਕਰੀਜ਼ ਕਰ ਜਾਣਗੀਆਂ ਪੋਟੈਸ਼ੀਅਮ ਦੀਆਂ, LDH, AST ਐਂਡ ਟੋਟਲ ਬਿਲੀਰੂਬਿਨ। ਨਾਓ ਟੋਰਨੀਕੇਟ ਐਪਲੀਕੇਸ਼ਨ ਐਂਡ ਟਾਈਮ। ਤਾਂ ਟੋਰਨੀਕੇਟ ਜਿਹੜੀ ਹੈ ਉਹ ਜਿੱਥੋਂ ਵੀ ਤੁਸੀਂ ਮੰਨ ਲਓ ਸੈਂਪਲ ਲੈਣਾ ਹੈ, ਵੇਨ ਪੰਕਚਰ ਸਾਈਟ ਜਿਹੜੀ ਹੈ ਉਸ ਤੋਂ 3 ਇੰਚਸ ਅਬਵ ਟਾਈ ਕਰਨੀ ਹੁੰਦੀ ਹੈ, ਐਂਡ ਇਟ ਸ਼ੁੱਡ ਬੀ ਔਨ ਦਾ ਆਰਮ no longer than 1 minute। ਬਾਂਹ 'ਤੇ ਕਿੰਨਾ ਦੇਰ, 1 ਮਿੰਟ ਤੋਂ ਵੱਧ ਸਮਾਂ ਉਹ 'ਤੇ ਬੰਨੀ ਨਾ ਰਹਿ ਜਾਏ। ਰਿਮੂਵ ਦਾ ਟੋਰਨੀਕੇਟ ਵੈਨ ਦਾ ਬਲੱਡ ਸਟਾਰਟਸ ਫਲੋਇੰਗ ਇਨ ਦਾ ਟਿਊਬ। ਜਦੋਂ ਹੀ ਉਹ ਲੈ ਲਿਆ ਸੈਂਪਲ ਲੈਣਾ ਸ਼ੁਰੂ ਕੀਤਾ, ਟੋਰਨੀਕੇਟ ਰਿਮੂਵ ਕਰ ਦਿਓ। ਅਤੇ ਪ੍ਰੋਲੋਂਗਡ ਟੋਰਨੀਕੇਟ ਅਗਰ ਉੱਥੇ ਲੱਗੀ ਰਹਿੰਦੀ ਹੈ ਟਾਈਮ ਤੋਂ ਜ਼ਿਆਦਾ ਟਾਈਮ ਉਵੇਂ ਬੰਨੀ ਹੋਈ ਹੈ ਪੇਸ਼ੈਂਟ ਦੇ, ਤਾਂ ਉਹਦਾ ਕੀ ਹੋਏਗਾ, ਇਨਕਰੀਜ਼ ਇਨ ਵੇਰੀਅਸ ਕੈਮਿਸਟਰੀ ਐਨਾਲਾਈਟਸ। ਕਿਉਂਕਿ ਉੱਥੇ ਹੀਮੋ ਕੰਸਨਟ੍ਰੇਸ਼ਨ ਆਫ ਬਲੱਡ ਐਟ ਪੰਚਰ ਸਾਈਟ ਜਿਹੜੀ ਹੈ ਉਹ ਅਕਰ ਕਰ ਜਾਂਦੀ ਹੈ। ਸੋ ਟੋਰਨੀਕੇਟ ਟਾਈਡ ਫॉर ਮੋਰ ਦੈਨ 1 ਮਿੰਟ, ਇੱਥੇ ਨੋਟ ਕਰੋ ਕਿ ਆਹ ਸਾਰੀ ਵੈਲਿਊਜ਼ ਜਿਵੇਂ ਟੋਟਲ ਪ੍ਰੋਟੀਨ ਪਲੱਸ 1000 mg ਇੰਨਾ ਉਹਦੇ 'ਚ ਐਡ ਜਿਹੜਾ ਹੈ ਹੋਏਦਾ ਰਿਜ਼ਲਟ ਆਏਗਾ। ਟੋਟਲ ਲਿਪਿਡਸ, ਕੋਲੈਸਟਰੋਲ, ਪੋਟੈਸ਼ੀਅਮ, ਆਇਰਨ ਐਂਡ ਬਿਲੀਰੂਬਿਨ, ਇਹ ਸਾਰੇ ਰਿਜ਼ਲਟਸ ਵੇਰੀ ਕਰ ਜਾਣਗੇ ਜਸਟ ਬਿਕੋਜ਼ ਯੂ ਟਾਈਡ ਦ ਟੋਰਨੀਕੇਟ ਫॉर ਮੋਰ ਦੈਨ 1 ਮਿੰਟ। ਦੈਨ ਕਮਸ ਸਪੈਸੀਮਨ ਵਿਦਾਊਟ ਐਂਟੀਕੋਐਗੂਲੈਂਟ। ਦੇਖੋ ਜੇ ਉਹਦੇ 'ਚ ਸਪੈਸੀਮਨ 'ਚ ਐਂਟੀਕੋਐਗੂਲੈਂਟ ਨਹੀਂ ਪਾਇਆ ਤਾਂ ਉਹਨੂੰ ਸੈਂਟਰੀਫਿਊਗੇਸ਼ਨ ਜਿਹੜੀ ਹੈ ਓਨਲੀ ਆਫਟਰ ਕਲੌਟ ਫਾਰਮੇਸ਼ਨ ਜਿਹੜੀ ਹੈ ਕੰਪਲੀਟ ਹੋ ਜਾਏ ਫੇਰ ਕਰਨਾ ਹੈਗਾ। ਐਂਡ ਅਗਰ ਉਹ ਸਪੈਸੀਮਨ ਵਿਦ ਐਂਟੀਕੋਐਗੂਲੈਂਟ ਹੈ, ਯਾਨੀ ਕਿ ਉਹਦੇ 'ਚ ਆਲਰੇਡੀ ਪਾਇਆ ਹੋਇਆ ਉਸ ਵਾਇਲ ਦੇ ਵਿੱਚ ਐਂਟੀਕੋਐਗੂਲੈਂਟ, ਤਾਂ ਉਹਨੂੰ ਨਾਲ ਦੀ ਨਾਲ ਐਜ਼ ਸੂਨ ਐਜ਼ ਪੋਸੀਬਲ ਉਸ ਨੂੰ ਸੈਂਟਰੀਫਿਊਜ ਕਰ ਦੇਣਾ ਚਾਹੀਦਾ ਹੈਗਾ। ਨਾਓ ਇਮੀਡੀਏਟ ਸੀਰਮ ਸੈਪਰੇਟ ਤਾਂ ਗਲੂਕੋਜ਼ ਤੇ ਕੋਰਟੀਜ਼ੋਲ ਐਂਡ ਪ੍ਰੋਟੈਕਟ ਫਰੋਮ ਲਾਈਟ ਆਲਸੋ। ਇਹਦੇ 'ਚ ਕੀ ਆਏਗਾ ਕਿ ਬਿਲੀਰੂਬਿਨ ਜਾਂ ਵਿਟਾਮਿਨ ਏ ਹੈਗੇ, ਇਹਨਾਂ ਦੇ ਕੇਸਿਸ ਦੇ ਵਿੱਚ ਇਹ ਡਾਰਕ ਏਰੀਆ ਦੇ ਵਿੱਚ ਇਹ ਕਰਨੇ ਹੁੰਦੇ ਹੈ, ਤਾਂ ਇਹਨਾਂ ਦੇ ਰਿਜ਼ਲਟਸ 'ਤੇ ਵੀ ਅਸਰ ਪੈ ਜਾਏਗਾ ਅਗਰ ਲਾਈਟ ਨੂੰ ਐਕਸਪੋਜ਼ ਹੋ ਜਾਣਗੇ। ਐਨਾਲਿਟੀਕਲ ਵੇਰੀਏਬਲਸ, ਤਾਂ ਐਨਾਲਿਟੀਕਲ ਵੇਰੀਏਬਲਸ ਨੂੰ ਜਿਹੜਾ controlled carefully to ensure accurate measurements by analytical methods। The clear concept in relation to analytical methods ਕੀ ਹੈ, trueness, accuracy, precision, specificity and sensitivity। ਔਰ ਕਿਹੜੇ ਫੈਕਟਰਸ ਨੇ ਜਿਹੜੇ ਐਨਾਲਿਟੀਕਲ ਵੇਰੀਏਬਲਸ ਨੂੰ ਇਨਫਲੂਐਂਸ ਕਰਦੇ ਨੇ, ਉਹ 5 ਹੈਗੇ ਨੇ ਜੀ। ਇਕਵਿਪਮੈਂਟ ਦੀ ਰਿਲਾਇਬਿਲਿਟੀ, ਰੀਏਜੈਂਟ ਦੀ ਸਟੇਬਿਲਿਟੀ, ਇੰਟੀਗ੍ਰਿਟੀ ਐਂਡ ਐਫੀਸ਼ੀਐਂਸੀ,
then appropriate control use करना, and specificity and sensitivity of selected test, and finally ਉਹ ਜਿਹੜਾ ਡਾਕੂਮੈਂਟ ਤੁਸੀਂ ਉਸ ਦਾ ਰਿਪੋਰਟ ਦਾ ਤਿਆਰ ਕਰਦੇ ਹੋ। ਸੋ ਫਸਟ ਥਿੰਗ ਇਜ਼ ਇਕੁਇਪਮੈਂਟ ਰਿਲਾਇਬਿਲਿਟੀ। ਇਹਦੇ 'ਚ ਕੀ ਹੈ, ਵੈਦਰ ਇਟ ਮੀਟਸ ਟੈਕਨੀਕਲ ਨੀਡਸ, ਕੰਪੈਟੀਬਲ ਹੈ, ਯੂਜ਼ਰ ਫਰੈਂਡਲੀ ਹੈ, ਐਂਡ ਉਹਨੂੰ ਮੇਨਟੇਨ ਕਰਨਾ ਵੀ ਈਜ਼ੀ ਹੈ, ਆਲਸੋ ਕੋਸਟ ਇਫੈਕਟਿਵ ਐਂਡ ਵੈਲੀਡੇਟਿਡ। ਰੈਗੂਲਰ ਮੇਨਟੇਨੈਂਸ, ਡੇਲੀ ਉਹਨੂੰ ਮੇਨਟੇਨ ਕਰਨਾ ਉਹਨਾਂ ਇੰਸਟਰੂਮੈਂਟਸ ਨੂੰ, ਕਈਆਂ ਵੀਕਲੀ ਵੀ ਉਹਨਾਂ ਦੀ ਮੇਨਟੇਨੈਂਸ ਜਿਹੜਾ ਉਹਦਾ ਧਿਆਨ ਰੱਖਣਾ ਹੋਏਗਾ। ਦੈਨ ਮੰਥਲੀ, 6 ਮੰਥਲੀ ਐਂਡ ਐਨੂਅਲ ਮੇਨਟੇਨੈਂਸ, ਜਿਸ ਤਰ੍ਹਾਂ ਕਿ ਉਹ ਸਪਲਾਇਰ ਨੇ ਐਨੂਅਲ ਮੇਨਟੇਨੈਂਸ ਜਿਸ ਤਰ੍ਹਾਂ ਕਿ ਉਹ ਸਪਲਾਇਰ ਨੇ ਸੁਜੈਸਟ ਕੀਤਾ ਹੈ, ਰਿਕਮੈਂਡ ਕੀਤਾ ਹੈ, ਉਹ ਉਹਨਾਂ ਨੂੰ ਜਿਹੜਾ ਹੈ ਮੇਨਟੇਨ ਕਰਨਾ। ਰੂਟੀਨ ਮੇਨਟੇਨੈਂਸ ਦੇ ਵਿੱਚ ਪ੍ਰੋਡਿਊਸਿੰਗ ਰਿਲਾਇਬਲ ਟੈਸਟ ਰਿਜ਼ਲਟਸ, ਮਿਨੀਮਾਈਜ਼ਿੰਗ ਇੰਸਟਰੂਮੈਂਟ ਬ੍ਰੇਕਡਾਊਨ, preventing delays in report test results, and maintaining productivity lengthens the instrument life. reagent ਜਿਹੜੇ ਹੈ ਉਹਨਾਂ ਦੀ stability, integrity ਅਤੇ efficiency, ਹਮੇਸ਼ਾ ਜਿਹੜੇ ਇਹ ਹੈਗੇ ਆ ਇਹ reagents ਇਹਨਾਂ ਨੂੰ ਮੈਨੂਫੈਕਚਰਡ ਨੇ ਜਿਵੇਂ ਰਿਕਮੈਂਡ ਕੀਤਾ ਹੈ ਉਸੇ ਢੰਗ ਦੇ ਨਾਲ ਸਟੋਰ ਕਰੋ। ਇਹਨਾਂ ਦਾ ਸਟੇਬਲ, ਐਫੀਸ਼ੀਐਂਟ ਤੇ ਡਿਜ਼ਾਇਰਡ ਕੁਆਲਿਟੀ ਹੋਣਾ ਬਹੁਤ ਜ਼ਰੂਰੀ ਹੈ। use of appropriate controls, specimens that are analyzed for quality control purpose, ਉਹਨਾਂ ਨੂੰ ਕਹਿੰਦੇ ਆ ਜੀ control materials, and values cover reference value of parameter similar to test specimen, available in liquid form and stored in small antiquates. trueness of result of measurements, ਤਾਂ ਪਹਿਲਾਂ ਹੈ true value ਜਿਹੜੀ ਹੈ ਇਹ ਕੀ ਚੀਜ਼ ਹੈ, ਇਹ ਹੈ the known accepted value of quantifiable property, यानी कि true value of glucose standard हमेशा ही 100 मिलीग्राम ਜਿਹੜਾ ਹੈ परसेंटेज ਇਹ ਰਹੇਗੀ। ਇੱਥੇ ਕੀ ਹੈਗਾ, ਟਰੂਨੈਸ ਆਫ ਮੇਜਰਮੈਂਟ ਕਿਵੇਂ ਡਿਫਾਈਨ ਕਰਾਂਗੇ, ਉਹ ਡਿਫਰੈਂਸ ਜਿਹੜਾ ਕਿ ਬਿਟਵੀਨ ਐਸਟੀਮੇਟਰ ਦੀ ਐਕਸਪੈਕਟਡ ਵੈਲਿਊ ਐਂਡ ਟਰੂ ਵੈਲਿਊ ਆਫ ਦ ਪੈਰਾਮੀਟਰ ਬੀਇੰਗ ਐਕਸਪੈਕਟਡ, ਉਹਨਾਂ ਦੋਹਾਂ 'ਚ ਜਿਹੜਾ ਫਰਕ ਹੈ ਉਸ ਨੂੰ ਅਸੀਂ ਕਹਿੰਦੇ ਆਂਗੇ ਟਰੂਨੈਸ ਆਫ ਮੇਜਰਮੈਂਟਸ। ਨਾਓ ਕਮਸ ਐਕੂਰੇਸੀ, ਇਜ਼ ਕਲੋਜ਼ਨੈਸ ਆਫ ਅ ਰਿਜ਼ਲਟ ਟੂ ਟਰੂ ਵੈਲਿਊ, ਐਂਡ ਪ੍ਰੈਸੀਜਨ ਦਾ ਮਤਲਬ ਹੈ ਰਿਪਰੋਡਿਊਸਿਬਿਲਿਟੀ ਆਫ ਦ ਰਿਜ਼ਲਟ, ਔਰ ਇਹ ਡਿਪੈਂਡ ਕਰਦੀ ਹੈ ਜਿਹੜੀ ਪ੍ਰੈਸੀਜਨ ਕਿੰਨਾ ਪ੍ਰੀਸਾਈਜ਼ ਹੈ ਤੁਹਾਡਾ ਰਿਜ਼ਲਟ, ਇਟ ਡਿਪੈਂਡਸ ਅਪੋਨ ਦਾ ਟੈਕਨੀਕ, ਦ ਰੀਏਜੈਂਟਸ ਜਿਹੜੇ ਯੂਜ਼ ਕਰਦੇ ਹੋ, ਐਂਡ ਟੈਕਨੀਕਲ ਐਬਿਲਿਟੀ, ਤੁਹਾਡੀ ਐਬਿਲਿਟੀ ਟੈਕਨੀਸ਼ੀਅਨ ਐਜ਼ ਟੈਕਨੀਸ਼ੀਅਨ ਉਸ 'ਤੇ ਡਿਪੈਂਡ, ਤਿੰਨੋਂ ਚੀਜ਼ਾਂ 'ਤੇ ਡਿਪੈਂਡ ਕਰੇਗੀ। ਸੋ ਰਿਲਾਇਬਿਲਿਟੀ ਜਿਹੜੀ ਹੈ ਉਹ ਕੀ ਹੈ, ਐਬਿਲਿਟੀ ਟੂ ਮੇਨਟੇਨ ਬੋਥ ਐਕੂਰੇਸੀ ਐਂਡ ਪ੍ਰੈਸੀਜਨ। ਅਸੀਂ ਹੁਣ ਇਸ ਡਾਇਗਰਾਮ 'ਚ ਦੇਖਦੇ ਹਾਂ ਕਿ 3 ਐਰੋਜ਼ ਨੇ, ਉਹ ਐਗਜ਼ੈਕਟ ਜਿੱਥੇ ਉਹਨਾਂ ਨੂੰ ਲੱਗਣਾ ਚਾਹੀਦਾ ਉੱਥੇ ਜਾ ਕੇ ਹੀ ਉਹ ਆਪਦੇ ਟਾਰਗੇਟ 'ਤੇ ਲੱਗੀਆਂ ਨੇ। ਤਾਂ ਇੱਥੇ ਐਕੂਰੇਸੀ ਵੀ ਗੁੱਡ ਹੈ ਅਤੇ ਬਹੁਤ ਪ੍ਰੀਸਾਈਜ਼ ਹੈ, ਗੁੱਡ ਐਕੂਰੇਸੀ, ਗੁੱਡ ਪ੍ਰੈਸੀਜਨ। ਸੈਕਿੰਡ ਕੇਸ ਦੇ ਵਿੱਚ ਕੀ ਦੇਖ ਰਹੇ ਹਾਂ ਅਸੀਂ ਕਿ ਇਹ ਤਿੰਨੋਂ ਐਰੋਜ਼ ਜਿਹੜੀਆਂ ਨੇ ਇਹ ਉਹ ਵਿਦਿਨ ਦੈਟ ਲਿਮਿਟਿਡ ਏਰੀਆ ਲੱਗੀਆਂ ਨੇ, ਤਾਂ ਪ੍ਰੈਸੀਜਨ ਇਜ਼ ਗੁੱਡ ਬਟ ਐਕੂਰੇਸੀ ਜਿਹੜੀ ਹੈ ਉਹ ਪੂਅਰ ਹੈ। ਐਂਡ ਓਵਰ ਹੇਅਰ ਯੂ ਕੈਨ ਸੀ ਥਰਡ ਕੇਸ 'ਚ ਤਿੰਨੋਂ ਐਰੋਜ਼ ਜਿਹੜੀਆਂ ਉਹ 3 ਡਿਫਰੈਂਟ ਜਗ੍ਹਾ 'ਤੇ ਨੇ, ਇੱਥੋਂ ਐਕੂਰੇਸੀ ਵੀ ਪੂਅਰ ਹੈ ਇਸ ਕੇਸ 'ਚ ਅਤੇ ਪ੍ਰੈਸੀਜਨ ਵੀ ਪੂਅਰ। ਸੋ ਸਪੈਸੀਫਿਸਿਟੀ ਆਫ ਅ ਰਿਐਕਸ਼ਨ ਕੀ ਡਿਨੋਟ ਕਰਦੀ ਹੈ ਕਿ ਓਨਲੀ ਵਨ ਸਬਸਟਾਂਸ ਵਿਲ ਆਂਸਰ ਦੈਟ ਪਰਟੀਕੂਲਰ ਟੈਸਟ। specificity is determined by the method of analysis. Example है जिस तरह बेनेडिक्ट टेस्ट है of urine glucose is not specific क्योंकि ये false positive results दिंदा हैगा by some substance. ਹੁਣ sensitivity ਦੀ ਅਗਰ ਗੱਲ ਕਰਦੇ ਹਾਂ ਤਾਂ it indicates whether the method could be utilized to test a very dilute solution. Example है sulfosalicylic method of CSF protein। ਤਾਂ अगर CSF protein present है फिर ਤਾਂ it is more sensitive than Biuret test।
ਤਾਂ ਟੈਸਟ ਆਫ ਕੋਰਸ ਸੈਂਸਿਟਿਵ ਹੋਣਾ ਚਾਹੀਦਾ ਹੈ, ਸਪੈਸੀਫਿਕ ਹੋਣਾ ਚਾਹੀਦਾ ਹੈ। ਕੁਆਲਿਟੀ ਕੰਟਰੋਲ ਇਹਦਾ ਮਤਲਬ ਹੈ ਕਿ ਡਿਊਰਿੰਗ each essay run to verify that the test is working properly, यानी कि it refers to the measures that must be included, ਕਿਹੜੇ measures ਉਦੋਂ ਲੈਣੇ ਜ਼ਰੂਰੀ। ਤਾਂ quality assurance is defined as overall program ਜਿਹੜਾ ensure ਕਰਦਾ ਹੈਗਾ final results reported by the laboratory are correct। ਸੋ ਕ੍ਰੋਸ ਚੈੱਕ ਇੱਕ ਤਰ੍ਹਾਂ ਕਰਦੇ ਆ। ਤਾਂ ਕੁਆਲਿਟੀ ਜਿਹੜੀ ਹੈ ਕੰਟਰੋਲ ਪ੍ਰੋਗਰਾਮ ਐਨਸ਼ੋਰ ਇਨਫੋਰਮੇਸ਼ਨ ਜਨਰੇਟਡ ਬਾਈ ਲੈਬੋਰਟਰੀ ਇਜ਼ ਐਕੂਰੇਟ, ਰਿਲਾਇਬਲ ਅਤੇ ਰਿਪਰੋਡਿਊਸਿਬਲ। ਤਾਂ ਇਹ ਸਾਰੇ ਜਿਹੜਾ ਹੈ ਪੇਸ਼ੈਂਟ ਦੇ ਲਈ ਇਹ ਤਿੰਨੋਂ ਚੀਜ਼ਾਂ ਬਹੁਤ ਇੰਪੋਰਟੈਂਟ ਨੇ। ਹਾਊਐਵਰ ਕੁਆਲਿਟੀ ਐਸ਼ੋਰੈਂਸ ਇਜ਼ ਕੰਸਰਨਡ ਵਿਦ ਮਚ ਮੋਰ। ਕੀ ਚੀਜ਼ਾਂ? ਰਾਈਟ ਟੈਸਟ ਇਜ਼ ਕੈਰੀਡ ਆਊਟ on the right specimen, and that the right result and right ਉਹਦੀ interpretation ਹੋਵੇ ਤੇ deliver ਵੀ ਉਹ right person ਨੂੰ ਕੀਤਾ ਜਾਏ right time ਦੇ ਉੱਪਰ। the proficiency of personnel, ਹੁਣ ਇਹ ਜਿਹੜਾ ਹੈ proficiency ਚੈੱਕ ਕਰਨ ਦਾ ਕੀ ਹੈ ਕਿ restrict all testing procedures to the staff ਜਿਨ੍ਹਾਂ ਨੇ proper technical training ਲਈ ਹੈ, ਟੈਸਟਿੰਗ ਪ੍ਰਿੰਸੀਪਲ ਪਤਾ ਹੈ, ਇੰਸਟਰੂਮੈਂਟਸ ਦੈਨ ਟੈਸਟਿੰਗ ਪ੍ਰੋਸੀਜਰਸ ਦੇ ਬਾਰੇ। ਸੋ ਪ੍ਰੋਫੀਸ਼ੈਂਸੀ ਟੈਸਟਿੰਗ ਸਕੀਮਸ ਜਿਹੜੀਆਂ ਆਪਰੇਟ ਬਾਈ ਪ੍ਰੋਵਾਈਡਿੰਗ ਪਾਰਟੀਸੀਪੇਟਿੰਗ ਲੈਬੋਰਟਰੀਜ਼ ਜਿਹੜੀਆਂ ਨੇ ਵਿਦ ਸੈਂਪਲਸ containing specified material, but only the organizer know the actual quantity of the substance. So laboratory analysis the samples as part of their normal routine and reports the results to the scheme organizers. Accreditation. It is a progressive and time-proven way of helping institutions evaluate and improve their overall performance. ਇਸ ਦਾ ਲਾਭ ਵੀ ਹੋਏਗਾ, ਬੈਨੀਫਿਟਸ ਹੈਗੇ ਆ ਐਕਰੀਡੇਸ਼ਨ ਦੇ ਉਸ ਲੈਬ ਨੂੰ ਕਿ ਬਿਲਡਿੰਗ ਟਰਸਟ। ਹੁਣ ਕਸਟਮਰ ਕਿੱਥੇ ਜਾਏਗਾ? ਜਿੱਥੇ ਉਹਦਾ ਟਰਸਟ ਹੋਏਗਾ, ਜਿੱਥੇ ਉਹਨੂੰ ਕੌਨਫੀਡੈਂਸ ਹੋਏਗਾ ਕਿ ਰਿਪੋਰਟ ਜਿਹੜੀ ਹੈ ਉਹ ਸਹੀ ਹੈ, ਕੁਆਲਿਟੀ ਆਫ ਪ੍ਰੋਡਕਟਸ ਅਤੇ ਸਰਵਿਸਿਜ਼ ਜਿਹੜੀਆਂ ਉਹਨੂੰ ਪ੍ਰੋਵਾਈਡ ਕੀਤੀਆਂ ਜਾ ਰਹੀਆਂ ਨੇ ਉਹ ਪਰਫੈਕਟ ਨੇ, ਤਾਂ ਉੱਥੇ ਹੀ ਕਸਟਮਰ ਪ੍ਰੈਫਰ ਕਰੇਗਾ। ਐਂਡ ਇਟ ਮਿਨੀਮਾਈਜ਼ਿਸ ਦ ਰਿਸਕ। ਤਾਂ ਐਕਰੀਡੇਟਿਡ ਆਰਗੇਨਾਈਜੇਸ਼ਨਸ ਜਿਹੜੀਆਂ ਇਹ ਜਿਹੜਾ ਰਿਸਕ ਹੈਗਾ ਅਨਰਿਲਾਇਬਲ ਟੈਸਟ ਰਿਜ਼ਲਟਸ ਦਾ, ਉਹ ਰਿਸਕ ਨਹੀਂ ਰਹਿੰਦਾ ਉੱਥੇ। ਟੈਸਟ ਰਿਜ਼ਲਟਸ ਦਾ, ਸਰਵਿਸਿਜ਼ ਦਾ, ਪ੍ਰੋਡਕਟਸ ਦਾ, ਅਤੇ ਉਹ ਭਰੋਸਾ ਜਿੱਤਦੀਆਂ ਨੇ ਇਸ ਤਰ੍ਹਾਂ। ਐਂਡ ਫਾਈਨਲੀ ਡਾਕੂਮੈਂਟੇਸ਼ਨ। ਸੀ ਇਨ ਦਿਸ ਇਜ਼ ਵੰਡਰਫੁਲ ਰਿਟਨ ਓਵਰ ਹੇਅਰ, ਬੜਾ ਅੱਛਾ ਲਿਖਿਆ ਹੈ ਕਿ ਡਾਕੂਮੈਂਟੇਸ਼ਨ ਕੀ ਹੈ? ਇਫ ਯੂ ਹੈਵ ਨੋਟ ਡਾਕੂਮੈਂਟਡ ਇਟ ਤਾਂ ਕੀ ਹੈ? ਯੂ ਹੈਵ ਨੋਟ ਡਨ ਇਟ, and if you have not documented it is a rumor. So documentation ਦਾ ਇੰਨਾ important role ਹੈ lab ਦੇ ਵਿੱਚ। now factors influencing quality post analytical। ਪਹਿਲਾਂ ਅਸੀਂ ਕੀਤਾ ਸੀਗਾ pre analytical, ਫਿਰ analytical and now post analytical। ਕਿਹੜੇ factors influence ਕਰਦੇ ਨੇ? ਉਹ ਹੈ ਜੀ right recording ਐਂਡ ਰਿਪੋਰਟਿੰਗ। ਰਿਕਾਰਡ ਵੀ ਸਹੀ ਹੋਏ ਅਤੇ ਰਿਪੋਰਟ ਵੀ ਪ੍ਰੋਪਰ, ਐਂਡ ਰਾਈਟ ਉਹਨੂੰ ਪ੍ਰੋਪਰਲੀ ਇੰਟਰਪ੍ਰੈਟ ਕੀਤਾ ਜਾਏ, ਰੇਂਜ ਆਫ ਨੋਰਮਲ ਵੈਲਿਊਜ਼ ਐਂਡ ਰਾਈਟ ਟਰਨ ਅਰਾਊਂਡ ਟਾਈਮ, ਐਂਡ ਰਿਪੋਰਟ ਜਿਹੜੀ ਹੈ ਉਹ ਤੁਸੀਂ ਕਿਹਨੂੰ ਹੈਂਡ ਓਵਰ ਕਰਨੀ ਹੈ? ਟੂ ਦ ਰਾਈਟ ਯੂਜ਼ਰ। ਥੈਂਕ ਯੂ।